श्री वाहिगुरु जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद चकर चहन अर बरन जात अर पात नहन जेह रूप रंग अर रेख भेख को कह न सकत के अचल मूरत अनभव प्रकाश अमितोज कह जय कोट इंद्र इंद्राण सहे सहान गण जय त्रिभुवन महीप सुर नर असुर नेत नेत बन तृण कहत तब सर्ब नाम कथय कवन कर्म नाम बरनत सुमत तब सर्ब नाम कथय कवन कर्म नाम बरनत सुमत तू ठाकरो बैरागरो मैं जही कण चेरी राम तू सागरो रतनगरो हो सार न जाना तेरी राम सार न जाना तू वडदाना कर मेहरमत साई कृपा की जैसा मत दीजै आठ पहर तुद ध्याई गर्भ ना की जय ऋण होवी जय तांगत जीरे तेरी सब ऊपर नानक का ठाकुर मैं जही कण चेरी राम हमारी प्यारी अमृत धारी गुर निम्ख न मन ते टारी रे दर्शन परसन सरसन हरसन रंग रंगी कर तारी रे खैन राम गुर गम हर दम नह जामा हर कंठ नानक उर हारी रे बाणी गुरु गुरु है बाणी विच बाणी अमृत सारे गुरबाणी कहे सेवक जन मन प्रतख गुरु निस्तारे हम अवगुण परे एक गुण नाही अमृत छाड़ बिख बिख खाई माया मोह परम पै भूले सुत दारा स्यों एक उत्तम पंथ सुन्यो गुर संगत तेह मिलंत जम त्रास एक अरदास पाठ कीरत की
ਗੁਰ ਰਾਮਦਾਸ ਸੁਕਹੁ ਟਲ ਗੁਰ ਸੇਵੀਆ ਅਹਨਸ ਸਹਜ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮੰਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੇ ਮਹਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ਼ ਮੂੰਹ ਚਲਿਆ ਲਾਏ ਦਰਗਾ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਇਕੱਤਰ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦੇ ਦਿਨ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਅਕਤੀਗਤ ਗੁਰੂ ਪਰੰਪਰਾ ਨੂੰ ਸਮਾਪਤ ਕਰਦਿਆਂ ਸदैवी ਕਾਲ ਲਈ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਸ਼ਬਦ ਗੁਰੂ ਦੇ ਲੜ ਲਾਇਆ। ਅਬਚਲ ਨਗਰ ਨਾਂਦੇੜ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਜੀ ਦੇ ਪਾਵਨ ਸਥਾਨ ਤੇ ਜਿਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਚੋਜ ਵਰਤਾਇਆ, ਸੱਚਖੰਡ ਜਾਣ ਦੇ ਤਿਆਰੇ ਕਰ ਲਏ, ਖਾਲਸੇ ਨੂੰ, ਸਿੰਘਾਂ ਨੂੰ ਹੁਕਮ ਕੀਤਾ ਕਿ ਅਸੀਂ ਹੁਣ ਤਿਆਰੇ ਕਰ ਲਏ ਹਨ ਸੱਚਖੰਡ ਦੇ। ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਆਪ ਜੀ ਤੋਂ ਬਾਅਦ ਸਾਡੇ ਗੁਰੂ ਕੌਣ ਹਨ? ਸਾਨੂੰ ਕਿਹਦੇ ਲੜ ਲਾ ਕੇ ਚੱਲੇ? ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪ ਜੀ ਤੱਕ ਇਹ ਮਰਿਆਦਾ ਚਲਦੀ ਆਈ ਹੈ। ਪਹਿਲੇ ਪਾਤਸ਼ਾਹ ਨੇ ਸਿੱਖਾਂ ਨੂੰ ਦੂਸਰੇ ਪਾਤਸ਼ਾਹ ਦੇ ਲੜ ਲਾਇਆ, ਨੌਵੇਂ ਪਾਤਸ਼ਾਹ ਨੇ ਤੁਹਾਡੇ ਲੜ ਲਾਇਆ, ਤੇ ਤੁਸੀਂ ਸਾਨੂੰ ਕਿਹਦੇ ਲੜ ਲਾ ਕੇ ਚੱਲੇ? ਭਾਵੇਂ ਕਿ ਪਹਿਲੇ ਜਾਮੇ 'ਚ ਗੁਰਦੇਵ ਨੇ ਕਹਿ ਦਿੱਤਾ ਸੀ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਪਰ ਵਿਅਕਤੀਗਤ ਗੁਰੂ ਪਰੰਪਰਾ ਹਾਲੇ ਚੱਲ ਰਹੀ ਸੀ। ਸਾਹਿਬ ਨੇ ਹੁਕਮ ਫਰਮਾਇਆ ਕਿ ਅੱਜ ਤੋਂ ਬਾਅਦ ਤੁਹਾਨੂੰ ਐਸੇ ਗੁਰੂ ਦੇ ਲੜ ਲਾ ਕੇ ਚੱਲਿਆ ਜੋ ਜੁਗੋ ਜੁਗ ਅਟਲ ਹੋਵੇਗਾ। ਗੁਰਦੇਵ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। 5 ਪੈਸੇ ਸ਼੍ਰੀ ਫਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨਮੁਖ ਭੇਟ ਕਰਕੇ 3 ਪਰਿਕਰਮਾ ਕਰਕੇ ਮੱਥਾ ਟੇਕ ਕੇ ਹੁਕਮ ਕੀਤਾ, ਖਾਲਸਾ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨਣਾ ਤੇ ਗੁਰੂ ਜਾਣਨਾ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰभु को मिलबो चाहे खोज शब्द में ले। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੇ ਇੱਕ ਪਵਿੱਤਰ ਗ੍ਰੰਥ ਦੀ ਰਚਨਾ ਕੀਤੀ ਹੈ। ਉਸ ਪਵਿੱਤਰ ਤੇ ਪਾਵਨ ਗ੍ਰੰਥ ਦਾ ਨਾਮ ਹੈ ਸ਼੍ਰੀ ਸਰਬ ਲੋਹ ਪ੍ਰਕਾਸ਼ ਗ੍ਰੰਥ। ਉਹਦੇ ਚ ਗੁਰਦੇਵ ਕਲਗੀਧਰ ਜੀ ਫਰਮਾਉਂਦੇ ਹਨ, ਗੁਰ ਆਪਨ ਪੋ ਖਾਲਸਾ ਸੌਂਪਾ, ਗੁਰ ਆਪਨ ਪੋ ਖਾਲਸਾ ਸੌਂਪਾ, ਦੁਤੀ ਰੂਪ ਸਤਿਗੁਰ ਸ਼੍ਰੀ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਇਨਕੋ ਦਰਸ ਸਤਿਗੁਰ ਕੋ ਦਰਸ਼ਨ, ਉਠਤ ਬੈਠਤ ਸੈਨ ਕਰਨ ਥਾ। ਆਖਿਆ ਮੈਂ ਆਪਣਾ ਬਾਹਰੀ ਸਵਰੂਪ ਗੁਰੂ ਖਾਲਸੇ ਪੰਥ ਨੂੰ ਦੇ ਦਿੱਤਾ। ਚਮਕੌਰ ਦੀ ਗੜੀ 'ਚ ਖਾਲਸੇ ਨੂੰ ਗੁਰਤਾ ਦਿੱਤੀ ਹੈ, ਔਰ ਮੇਰੇ ਦੂਸਰੇ ਸਵਰੂਪ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਮੇਰੇ ਦਰਸ਼ਨ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਲਗੀਧਰ ਜੀ ਕਹਿੰਦੇ ਮੇਰੇ ਦਰਸ਼ਨ ਹਨ। ਬਚਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ, ਮੇਰੇ ਨਾਲ, ਤਾਂ ਸਤਿਗੁਰਾਂ ਦੀ ਬਾਣੀ ਪੜੋ। ਸੁਣਨੇ ਹਨ ਮੇਰੇ ਬਚਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋ। ਕਲਗੀਧਰ ਕਹਿੰਦੇ ਮੇਰੇ ਬਚਨ ਹਨ। ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਨੇ, ਦੀਵਾਨ ਭਾਈ ਨੰਦ ਲਾਲ ਸਾਹਿਬ ਦੀਵਾਨੇ ਗੋਇਆ।
ਗੁਰਦੇਵ ਦੇ ਪਾਵਨ ਮੁਕੱਦਸ ਦਰਬਾਰ ਵਿੱਚ ਹਾਜ਼ਰ ਹਨ। ਗੁਰਦੇਵ ਕਹਿਣ ਲੱਗੇ, ਭਾਈ ਨੰਦ ਲਾਲ ਸਾਹਿਬ, ਕਿ ਤੁਸੀਂ ਜਾਣਦੇ ਹੋ ਮੇਰੇ ਕਿਤਨੇ ਸਵਰੂਪ ਹਨ? ਭਾਈ ਸਾਹਿਬ ਨੇ ਆਖਿਆ, ਹੁਣ ਤੱਕ ਦੀ ਗਿਣਤੀ ਕਰੀਏ ਤੇ ਇਹ ਤੁਹਾਡਾ 10ਵਾਂ ਜਾਮਾ ਹੈ। 10 ਰੂਪ ਹਨ ਆਪ ਜੀ ਦੇ। ਮਹਾਰਾਜ ਜੀ ਬੋਲੇ, ਨਹੀਂ ਭਾਈ ਨੰਦ ਲਾਲ, ਇਹ ਬਾਹਰੀ ਸਵਰੂਪ ਤਾਂ 10 ਹੀ ਤੁਸੀਂ ਵੇਖੇ ਨੇ, ਪਰ ਅੰਦਰ ਤਾਂ ਇੱਕੋ ਹੀ ਸਵਰੂਪ ਸੀ ਨਾ। ਅਸਲ ਵਿੱਚ ਮੇਰੇ ਕੇਵਲ 3 ਰੂਪ ਹਨ। ਮਹਾਰਾਜ, 3 ਰੂਪ ਉਹ ਕਿਹੜੇ ਕਿਹੜੇ? ਗੁਰਦੇਵ ਨੇ ਬਚਨ ਫਰਮਾਇਆ, 3 रूप है मोहे को सुनो नंद चित लाए, निर्गुण सरगुण गुरु शब्द तोहे कहो समझाए। भाई नंद लाल, मेरे 3 रूप ने, एक निर्गुण है, दूसरा सरगुण है और तीसरा गुरबाणी गुर शब्द है। मेरा जो निर्गुण स्वरूप है वो व्यापक है सर्वथाई, उसका कोई रूप रंग चिन्ह वर्ण जात पात नहीं है। और जो मेरा सरगुण स्वरूप है ਉਹਦੇ ਤੁਸੀਂ दर्शन कर ही रहे हो। तीसरा रूप है मेरा गुरु का शब्द गुरबाणी, ਇਹ ਵੀ ਮੇਰਾ ਹੀ ਪ੍ਰਤੱਖ स्वरूप है। ਜਿਹੜੇ ਸ਼ਬਦ ਨਾਲ ਮਿਲ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ, ਉਹ ਮੇਰੇ ਵਿੱਚ ਮਿਲ ਕੇ ਇੱਕ ਮਿਕ ਹੋ ਜਾਂਦੇ ਨੇ, ਭੇਦ ਹੋ ਜਾਂਦੇ ਨੇ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਨੇ ਲਾਇਆ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਵਕਤ ਸ਼ਬਦ ਗੁਰੂ ਨੂੰ ਗੁਰਤਾ ਦੇ ਕੇ ਕਲਗੀਧਰ ਸੁਆਮੀ ਜੀ ਬਾਹਰ ਆਏ ਨੇ, ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਦਰਸ਼ਨ ਕਰਕੇ ਚਰਨ ਫੜ ਕੇ ਮੱਥਾ ਟੇਕਣਾ ਚਾਹਿਆ। ਸਤਿਗੁਰੂ ਜੀ ਖੜੇ ਨੇ, ਜਦੋਂ ਚਰਨਾਂ ਦੇ ਉੱਤੇ ਹੱਥ ਲਾਉਂਦੇ ਐ ਤੇ ਸਤਿਗੁਰਾਂ ਦੇ ਚਰਨ ਦਿਸ ਰਹੇ ਨੇ, ਪਰ ਜਦੋਂ ਹੱਥ ਲਾਉਂਦੇ ਨੇ ਤੇ ਹੱਥ ਜ਼ਮੀਨ ਤੇ ਜਾ ਵੱਜਦੇ ਨੇ, ਚਰਨਾਂ ਨੂੰ ਨਹੀਂ ਛੂਇਆ ਜਾ, ਚਰਨ ਨਹੀਂ। ਉਹ ਇਦਾਂ ਜਾਪਦਾ ਜਿਵੇਂ ਕੋਈ ਪਾਰਦਰਸ਼ੀ ਆਕਾਸ਼ ਵਾਂਗੂ ਨਿਰਖੋਭ ਹੋ ਗਏ ਹੋਣ, ਉਹ ਪਕੜ ਵਿੱਚ ਨਹੀਂ ਪਏ ਆਉਂਦੇ। ਮੱਥਾ ਟੇਕਦੇ ਨੇ ਚਰਨਾਂ ਤੇ ਮੱਥਾ ਜ਼ਮੀਨ ਤੇ ਵੱਜਦਾ, ਚਰਨਾਂ ਦੇ ਉੱਤੇ ਮੱਥਾ ਨਹੀਂ ਟੇਕਦਾ। ਨਜ਼ਰ ਜ਼ਰੂਰ ਆ ਰਹੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸਾ ਕਿਉਂ ਹੋਇਆ? ਕਿਉਂਕਿ ਸ੍ਰੀ ਗੁਰੂ ਕਲਗੀਧਰ ਜੀ ਹੁਣ ਸ਼ਬਦ ਰੂਪ ਹੋ ਗਏ ਨੇ ਤੇ ਸ਼ਬਦ ਨੂੰ ਤੁਸੀਂ ਆਪਣੇ ਨਾ ਬਾਹਰੀ ਹੱਥਾਂ ਨਾਲ ਨਹੀਂ ਪਕੜ ਸਕਦੇ। ਸ਼ਬਦ ਕੇਵਲ ਤਾਂ ਕੇਵਲ ਸੁਰਤੀ ਕਰਕੇ ਗ੍ਰਹਿਣ ਕੀਤਾ ਜਾ ਸਕਦਾ ਹੈ। ਸਥੂਲ ਸਰੀਰ ਨਾਲ ਸ਼ਬਦ ਨੂੰ ਤੁਸੀਂ ਪਕੜ ਨਹੀਂ ਸਕਦੇ, ਸ਼ਬਦ ਨੂੰ ਸਪਰਸ਼ ਨਹੀਂ ਕਰ ਸਕਦੇ। ਕਲਗੀਧਰ ਜੀ ਹੁਣ ਸ਼ਬਦ ਰੂਪ ਹੋ ਗਏ ਨੇ, ਸ਼ਬਦ ਦੇ ਵਿੱਚ ਹੀ ਇੱਕਮਿਕ ਹੋ ਗਏ ਨੇ। ਵਿਅਕਤੀਗਤ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਪਾਤਸ਼ਾਹ ਨੇ ਅੱਜ ਦੇ ਦਿਨ ਸਾਲ 1708 ਈਸਵੀ ਨੂੰ ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਹੈ। निर्मल संप्रदाय दे विभूषण विद्वान महापुरुष कवि होए ने कवि निहाल सिंह जी। वो बड़ा सुंदर लिखते ने, कहते होत जब है भोर होत है कनेरो दुख, चोरन के चौंडे चकोरन की पाल को। होत जब है भोर होत है कनेरो दुख, चोरन के चौंडे चकोरन की पाल को। जदों सूरज चढ़दा है, दिन चढ़दा है, ते दिन चढ़दे जिथे लोग खुश हुंदे ने, सुखी हुंदे ने, उत्थे
ਉੱਥੇ ਜਿਹੜੇ ਚੋਰ ਨੇ ਉਹ ਬੜੇ ਦੁਖੀ ਹੁੰਦੇ ਆ ਵੀ ਇਹ ਦਿਨ ਕਿਉਂ ਚੜ ਗਿਆ, ਲੋ ਕਿਉਂ ਲੱਗ ਗਈ। ਉਹਨਾਂ ਨੂੰ ਬਹੁਤ ਡਾਢਾ ਦੁੱਖ ਹੁੰਦਾ, ਕਿਉਂਕਿ ਉਹਨਾਂ ਨੇ ਰਾਤ ਦੇ ਹਨੇਰੇ 'ਚ ਚੋਰੀਆਂ ਕਰਨੀਆਂ। ਚੋਰਾਂ ਦੇ ਝੁੰਡਾਂ ਨੂੰ ਬੜਾ ਦੁੱਖ ਲੱਗਦਾ ਹੈ, ਤੇ ਦੂਜਾ ਦੁੱਖ ਲੱਗਦਾ ਚਕੋਰਾਂ ਨੂੰ। ਚਕੋਰ ਰਾਤ ਨੂੰ ਖੁਸ਼ ਹੁੰਦੇ ਆ ਚੰਨ ਨੂੰ ਵੇਖ ਕੇ, ਦਿਨ ਚੜ ਜੇ ਤੇ ਚਕੋਰਾਂ ਵੀ ਦੁਖੀ ਹੁੰਦੀਆਂ। ਕਹਿੰਦੇ ਇਸੇ ਤਰ੍ਹਾਂ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਪਾਠ ਹੁੰਦਾ, ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਹੁੰਦਾ, ਕਹਿੰਦੇ ਉੱਥੇ ਪਾਪਾਂ ਦੇ ਸਮੁਦਾਇ, ਵਿਕਰਮਾਂ ਤੇ ਕਿਲਵਖਾਂ ਦਾ ਸਮੁਦਾਇ, ਉਹਨਾਂ ਨੂੰ ਵੀ ਦੁੱਖ ਹੁੰਦਾ ਹੈ, ਵਿਆਕੁਲ ਹੁੰਦਾ ਹੈ, ਤੇ ਉੱਥੋਂ ਨੱਠ ਜਾਂਦੇ ਨੇ, ਭੱਜ ਜਾਂਦੇ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਹੋਵੇ। ਫਿਰ ਉਹ ਕਹਿੰਦੇ ਤੋਲੋ ਹੀ ਇਹ ਧੀਰਜ ਪੁਮਾਨ ਕੇ ਬਸੇਰੋ ਕੀਨ, ਜੌਲੋ ਮ੍ਰਿਗ ਨੈਣੀ ਨਾ ਕਟਾਛ ਬਾਨ ਮਾਰਿਓ ਹੈ। ਤੋਲੋ ਤਮ ਤੋਮ ਹੈ ਕੰਧੇਰੋ ਨੀਚ ਜਗ ਬੇਖੈ, ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ। ਤੋਲੋ ਦੀਨਦਾਰ ਦਸੋ ਦੀਨਤਾ ਦਿਖਾਈ ਦੇਤ, ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ। ਤੋਲੋ ਹੀ ਇਹ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਉਦੋਂ ਤੱਕ ਹੀ ਹਨੇਰਾ, ਜਦੋਂ ਤੱਕ ਸੂਰਜ ਨਹੀਂ ਚੜ੍ਹਦਾ। ਉਦੋਂ ਤੱਕ ਦੀਨਤਾ, ਦਲਿੱਦਰਤਾ ਤੇ ਗਰੀਬੀ ਆ, ਜਦੋਂ ਤੱਕ ਕਲਪ ਬ੍ਰਿਛ ਕੋਲ ਨਹੀਂ ਚਲਾ ਗਿਆ। ਉਦੋਂ ਤੱਕ ਹੀ ਹਿਰਦੇ 'ਚ ਪਾਪਾਂ ਦੇ ਝੁੰਡਾਂ ਦੇ ਝੁੰਡ ਗੱਜਦੇ ਨੇ, ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ। ਜਦੋਂ ਸਤਿਗੁਰਾਂ ਦੇ ਦਰਸ਼ਨ ਕਰ ਲਏ ਤੇ ਪਾਪਾਂ ਦੇ ਝੁੰਡਾਂ ਦੇ ਝੁੰਡ ਨੱਠ ਜਾਂਦੇ ਨੇ, ਜਿਵੇਂ ਸੂਰਜ ਦੇ ਚੜ੍ਹਦਿਆਂ ਹਨੇਰਾ ਦੂਰ ਹੋ ਜਾਂਦਾ। ਇੱਕ ਪਾਵਨ ਕਵਿਤ ਪੰਡਤ ਨਿਹਾਲ ਸਿੰਘ ਜੀ ਦਾ ਤੁਸੀਂ ਹੋਰ ਬਹੁਤ ਥਾਵਾਂ ਤੇ ਪੜ੍ਹਿਆ ਸੁਣਿਆ ਹੋਣਾ। ਕਾਹੂ ਕੋ ਭਰੋਸੋ ਹੈ ਜ਼ਮੀਨ ਉਹ ਜਮਾਨੇ ਵੇਖੈ। ਕਿਸੇ ਨੂੰ ਭਰੋਸਾ ਹੈ ਜ਼ਮੀਨਾਂ ਦੇ ਉੱਤੇ, ਜਾਇਦਾਦਾਂ ਦੇ ਉੱਤੇ, ਕਿਸੇ ਨੂੰ ਭਰੋਸਾ ਹੈ ਸੰਸਾਰ ਦੇ ਉੱਤੇ, ਕਿਸੇ ਨੂੰ ਭਰੋਸਾ ਆਪਣੀ ਪੜ੍ਹੀ ਹੋਈ ਦੇਵ ਬਾਣੀ ਸੰਸਕ੍ਰਿਤੀ ਤੇ, ਕਿਸੇ ਨੂੰ ਭਰੋਸਾ ਮੈਂ ਫਾਰਸੀ ਦੇ ਅਕਸ਼ਰ ਜਾਣਦਾ ਹਾਂ, ਕਿਸੇ ਨੂੰ ਭਰੋਸਾ ਮੇਰਾ ਕੁਟੰਬ ਟੱਬਰ ਬੜਾ ਵੱਡਾ, ਪਰਿਵਾਰ ਬੜਾ ਵੱਡਾ, ਮੇਰਾ ਸਹਿਯੋਗੀ ਹੈ। ਕਿਸੇ ਨੂੰ ਆਪਣੇ ਧਨ ਦੇ ਉੱਤੇ ਭਰੋਸਾ ਹੈ, ਕਿਸੇ ਨੂੰ ਜ਼ਮੀਨ ਤੇ ਜਾਇਦਾਦਾਂ ਤੇ ਭਰੋਸਾ ਹੈ। ਹੇ ਗੁਰੂ ਗ੍ਰੰਥ ਸਾਹਿਬ ਜੀ, ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਮੈਨੂੰ ਭਰੋਸਾ ਹੈ ਕੇਵਲ ਤਾਂ ਕੇਵਲ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਇਹ ਪਾਵਨ ਅੰਮ੍ਰਿਤ ਬਾਣੀ ਦਾ ਮਹਾਤਮ ਹੈ। ਗੁਰਬਾਣੀ ਗੁਰਸਿੱਖ ਲਈ ਜੀਵਨ ਜਾਚ ਹੈ। ਇਹ ਮਤ ਜਾਣਨਾ ਕਿ ਕੇਵਲ ਅੱਖਰ ਹਨ। ਗੁਰਬਾਣੀ ਗੁਰਸਿੱਖ ਵਾਸਤੇ ਜੀਵਨ ਜਾਚ ਹੈ। ਗੁਰਬਾਣੀ ਗੁਰਸਿੱਖ ਲਈ ਅੰਮ੍ਰਿਤ ਦੀਆਂ ਕੁੱਟਾਂ ਹਨ। ਜਿਹੜਾ ਜਿਹੜਾ ਜਪੇਗਾ, ਜਿਹੜਾ ਜਿਹੜਾ ਪੀਵੇਗਾ, ਤਿਸ ਦੀ ਗੱਤ ਹੋਵੇਗੀ, ਤਿਸ ਦੀ ਬੰਦ ਖਲਾਸੀ ਹੋਵੇਗੀ। ਸਾਹਿਬ ਜੀ ਕਹਿੰਦੇ ਭਾਈ ਇਹ ਤਿੰਨ ਵਸਤੂਆਂ ਪਾਈਆਂ ਨੇ ਥਾਲ ਵਿੱਚ, ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਏ। ਸਤ ਸੰਤੋਖ ਤੇ ਅੰਮ੍ਰਿਤ ਨਾਮ, ਜਿਹੜਾ ਜਿਹੜਾ ਖਾਵੇਗਾ, ਜਿਹੜਾ ਜਿਹੜਾ ਪੁੰਚੇਗਾ, ਤਿਸ ਦਾ ਉਧਾਰ ਹੋਵੇਗਾ। ਅੱਜ ਦਾ ਜੋ ਪਾਵਨ ਸ਼ਬਦ ਗੁਰਦੇਵ ਨੇ ਬਖਸ਼ਿਆ ਉਹ ਵੀ ਬਾਣੀ ਦੀ ਮਹਿਮਾ ਦਰਸਾ ਰਿਹਾ ਹੈ। ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਗੁਰੂ ਚਰਨਾਂ ਚ ਰਜੋਈ ਹੈ, ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੇ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦਾ ਰਸ ਪ੍ਰਦਾਨ ਕਰੋ। ਆਪਣੀ ਪਾਵਨ ਬਾਣੀ ਦੇ ਨਾਲ ਸਾਨੂੰ ਜੋੜੋ ਮਹਾਰਾਜ, ਦਇਆ ਕਰੋ, ਰਹਿਮਤ ਕਰੋ।